हम थापे हम मैले तुम उज्जल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन, निको ठाकुर दिसा। धन वाहिगुरु साहिब जीओ। बैराड़ी महला चौथा। हर जन राम नाम गुण गावे, जे कोई निंद करे हर जन की, अपना गुण ना गवावे। हर जन राम नाम गुण गावे, जे कोई निंद करे हर जन की, अपना गुण ना गवावे। रहाओ जो किछ करे सो आपे स्वामी, हर आपे कार कमावे। हर आपे ही मत देवे स्वामी, हर आपे बोल बुलावे। हर आपे पंच तत् विस्तारा, विच धातु पंच आप पावे। जन नानक सतगुर मिले आपे, हर आपे झगर चुकावे। हर आपे पंच तत् विस्तारा, विच धातु पंच आप पावे। जन नानक सतगुर मिले आपे, हर आपे झगर चुकावे। वाहिगुरु जी का खालसा, वाहिगुरु जी की फतेह। साजी निवाजी गुरु रूप गुरु प्यारी साध संगत जी, अज दा ये पावन शब्द बैराड़ी राग अंदर गुरु रामदास महाराज जी का ये शब्द आया है। गुरु ग्रंथ साहिब दे विच सब तो छोटा राग यही है। बैराड़ी राग गुरु ग्रंथ साहिब दे विच सब तो छोटा है और इस राग विच गुरु रामदास जी दी
ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕੋ ਸ਼ਬਦ ਹੈ। ਇਹ ਦੋ ਪੰਨਿਆਂ ਦਾ ਰਾਗ ਆ, ਸਭ ਤੋਂ ਛੋਟਾ ਰਾਗ। ਹਜ਼ੂਰ ਆਖਦੇ ਨੇ ਬਿਰਾੜੀ ਮਹਿਲਾ ਚੌਥਾ, ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ, ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਹਰੀ ਦਾ ਜਨ, ਰੱਬ ਦਾ ਸੇਵਕ, ਰੱਬ ਦਾ ਭਗਤ, ਰੱਬ ਦਾ ਬੰਦਾ। ਰਾਮ ਨਾਮ, ਉਹ ਰਾਮ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ ਗੁਣ ਗਾਵੇ, ਉਹਦੇ ਗੁਣ ਨੂੰ, ਉਹਦੇ ਨਾਮ ਨੂੰ ਗਾਉਂਦਾ ਹੈ। ਇਸੇ ਸ਼ਬਦ ਵਿੱਚ ਗੁਣ ਦਾ ਅਰਥ ਸੁਭਾਅ ਵੀ ਆਉਂਦਾ ਹੈ। ਆਪਣਾ ਗੁਣ ਨਾ ਗਵਾਵੇ, ਮਤਲਬ ਆਪਣੇ ਸੁਭਾਅ ਨੂੰ ਨਹੀਂ ਤਿਆਗਦਾ। ਤੇ ਗੁਣ ਦਾ ਅਰਥ ਹੁੰਦਾ ਸੁਭਾਅ, ਗੁਣ ਦਾ ਅਰਥ ਹੁੰਦਾ ਗੁਣ। ਤੋ ਸਾਧ ਸੰਗਤ ਹਜ਼ੂਰ ਆਖਦੇ ਨੇ ਜਿਹੜਾ ਹਰੀ ਦਾ ਜਨ ਹੈ ਉਹ ਰੱਬ ਦੇ ਨਾਮ ਨੂੰ, ਉਹਦੇ ਗੁਣਾਂ ਨੂੰ ਗਾਉਂਦਾ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਉਹਦੇ ਗੁਣਾਂ ਨੂੰ ਗਾਉਂਦਾ ਹੈ। ਤੇ ਜਿਹੜਾ ਰੱਬ ਦਾ ਸੇਵਕ ਨਹੀਂ ਆ ਉਹ ਕਿਹਨੂੰ ਗਾਉਂਦਾ ਹੈ? ਉਹ ਮਾਇਆ ਨੂੰ ਗਾਉਂਦਾ ਹੈ। ਉਹ ਮਾਇਆ ਮਾਇਆ ਕਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਇਆ ਮਨੋ ਨਾ ਵਿਸਰੈ। ਦੁਨਿਆਵੀ ਬੰਦੇ ਦੇ ਮਨ ਵਿੱਚੋਂ ਮਾਇਆ ਨਹੀਂ ਵਿਸਰਦੀ ਤੇ ਰੱਬ ਦੇ ਸੇਵਕ ਦੇ ਮਨ ਵਿੱਚੋਂ ਰੱਬ ਨਹੀਂ ਵਿਸਰਦਾ। ਆਹ ਹੀ ਫਰਕ ਹੈ। ਉਹਨੂੰ ਰੱਬ ਨਹੀਂ ਭੁੱਲਦਾ ਤੇ ਸਾਨੂੰ ਮਾਇਆ ਨਹੀਂ ਭੁੱਲਦੀ। ਉਹ ਹਰ ਕਰਮ ਦੇ ਵਿੱਚ ਰੱਬ ਯਾਦ ਰਹਿੰਦਾ ਹੈ ਉਹਨੂੰ, ਸਾਨੂੰ ਹਰ ਕੰਮ ਦੇ ਪਿੱਛੇ ਮਾਇਆ ਯਾਦ ਰਹਿੰਦੀ ਹੈ। ਸਾਡੀ ਹਰ ਐਕਟੀਵਿਟੀ ਜਿਹੜੀ ਆ ਉਹਦਾ ਕਾਰਨ ਆ ਮਾਇਆ। ਜੇ ਅਸੀਂ ਜਿਸ ਫੀਲਡ ਵਿੱਚ ਜਾਂਦੇ ਆ, ਅਸੀਂ ਇਸ ਲਈ ਜਾਂਦੇ ਆ ਵੀ ਇਸ ਫੀਲਡ ਵਿੱਚ ਮਾਇਆ ਮੈਂ ਕਮਾ ਸਕਦਾ। ਧਿਆਨ ਰੱਖਣਾ, ਗੁਰੂ ਕਹਿੰਦੇ ਨੇ ਮਾਇਆ ਮਨੋ ਨਾ ਵਿਸਰੈ ਤੇ ਮੰਗੈ। ਇਹ ਮੰਗਦਾ ਹੈ ਦਮਾ ਦਮ। ਦਮਾ ਦਮ ਦਾ ਅਰਥ ਹੈ ਦਮ ਦਮ, ਤੇ ਦਮ ਦਮ ਦਾ ਅਰਥ ਹੈ ਸਵਾਸ ਸਵਾਸ। ਇਹ ਦੁਨਿਆਵੀ ਬੰਦਾ ਸਵਾਸ ਸਵਾਸ ਮਾਇਆ ਮੰਗਦਾ ਹੈ ਤੇ ਰੱਬ ਦਾ ਬੰਦਾ ਸਵਾਸ ਸਵਾਸ ਨਾਮ ਮੰਗਦਾ ਹੈ। ਇਹ ਹੀ ਫਰਕ ਹੈ। ਇਹ ਮਾਇਆ ਮੰਗਦਾ ਹੈ, ਉਹ ਰੱਬ ਮੰਗਦਾ ਹੈ। ਇਹਨੂੰ ਮਾਇਆ ਨਹੀਂ ਭੁੱਲਦੀ, ਉਹਨੂੰ ਰੱਬ ਨਹੀਂ ਭੁੱਲਦਾ। ਉਹ ਸਵਾਸ ਸਵਾਸ ਮਾਇਆ ਵਾਲੇ ਪਾਸੇ ਲਾਉਂਦਾ ਹੈ, ਰੱਬ ਦਾ ਬੰਦਾ ਸਵਾਸ ਸਵਾਸ ਰੱਬ ਵਾਲੇ ਪਾਸੇ ਲਾਉਂਦਾ ਹੈ। ਤੋ ਸਾਧ ਸੰਗਤ ਇਹੀ ਫਰਕ ਆ ਮਨਮੁਖ ਤੇ ਗੁਰਮੁਖ ਵਿੱਚ। ਇਹੀ ਫਰਕ ਆ ਰੱਬ ਨਾਲ ਜੁੜੇ ਵਿੱਚ ਤੇ ਰੱਬ ਨਾਲੋਂ ਟੁੱਟੇ ਨਾ। ਜਿਹੜਾ ਬੰਦਾ ਟੁੱਟਿਆ ਉਹਦੇ ਵਿੱਚ ਇਹੀ ਫਰਕ ਆ। ਤੋ ਸਾਧ ਸੰਗਤ ਹਜ਼ੂਰ ਅੱਗੇ ਕਹਿੰਦੇ ਆ ਹਰ ਜਨ ਰਾਮ ਨਾਮ ਗੁਣ ਗਾਵੇ। ਗੁਣ ਗਾਵੇ ਦਾ ਅਰਥ ਹੁੰਦਾ ਹੈ ਸਾਧ ਸੰਗਤ ਗੁਣਾ ਅਨੁਸਾਰ ਚੱਲਣਾ। ਇਹ ਨਹੀਂ ਹੈ ਵੀ ਉਹ ਸੰਤੋਖ ਗੁਣ ਆ ਤੇ ਉਹ ਸੰਤੋਖ ਕਰਕੇ ਗਾਉਂਦਾ ਹੈ। ਨਹੀਂ, ਸੰਤੋਖ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲੈਂਦਾ ਹੈ, ਉਹ ਸੰਤੋਖ ਨੂੰ ਗਾ ਰਿਹਾ ਹੈ। ਸੰਤੋਖ ਜਦੋਂ ਜ਼ਿੰਦਗੀ ਵਿੱਚ ਕੋਈ ਧਾਰਨ ਕਰ ਲੈਂਦਾ ਹੈ ਤੇ ਉਹਦੀ ਸੰਤੋਖ ਵਾਲੀ ਆਦਤ ਬਣ ਜਾਂਦੀ ਹੈ। ਜਦੋਂ ਆਦਤ ਪੱਕ ਜਾਂਦੀ ਹੈ ਨਾ ਸਾਸ, ਪਹਿਲੋਂ ਪ੍ਰੈਕਟਿਸ ਕੀਤੀ ਜਾਂਦੀ ਹੈ, ਅਭਿਆਸ ਕੀਤਾ ਜਾਂਦਾ। ਕਈ ਵਾਰ ਅਭਿਆਸ ਜ਼ਿਆਦਾ ਕਰਨਾ ਪੈਂਦਾ, ਕਈ ਵਾਰ ਘੱਟ ਕਰਨਾ ਪੈਂਦਾ, ਕਈ ਵਾਰ ਸਹਿ ਸੁਭਾਅ ਹੀ ਆਦਤ ਬਣ ਜਾਂਦੀ ਹੈ। ਤੇ ਆਦਤ ਦਾ ਅਰਥ ਪਤਾ ਕੀ ਹੁੰਦਾ ਹੈ? ਜਿਹਦੇ ਵਾਸਤੇ ਉਚੇਚੇ ਤੌਰ ਤੇ ਸਾਨੂੰ ਕਰਨਾ ਨਾ ਪਵੇ, ਆਪੇ ਹੋ ਜਾਏ, ਉਹਨੂੰ ਕਹਿੰਦੇ ਨੇ ਆਦਤ। ਹੁਣ ਆਦਤ ਕੋਈ ਵੀ ਪਾ ਲਓ, ਸੰਤੋਖ ਦੀ ਪਾ ਲਓ, ਦਇਆ ਦੀ ਪਾ ਲਓ, ਸੇਵਾ ਦੀ ਪਾ ਲਓ। ਗੁਰੂ ਘਰ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਤੇ ਕਈ ਵਾਰ ਉਚੇਚੇ ਤੌਰ ਤੇ ਆਉਂਦੇ ਆ, ਉਹ ਆਦਤ ਨਹੀਂ ਅਜੇ ਪਈ। ਪਰ ਜਦੋਂ ਬੰਦਾ ਸਹਿ ਸੁਭਾਅ ਹੀ ਆ ਜਾਏ, ਉਹਦੀ ਉਹ ਆਦਤ ਆ।
ਉਹਦੇ ਉਹਦੇ ਅੰਦਰ ਮਾਈਂਡ ਵਿੱਚ ਇਹ ਗੱਲ ਬੈਠ ਗਈ, ਆਦਤ ਬਣ ਗਈ, ਮਨ ਦਾ ਸੁਭਾਅ ਬਣ ਗਿਆ। ਤੋ ਸਾਧ ਸੰਗਤ, ਸੁਭਾਅ ਦਾ ਅਰਥ ਆ, ਆਦਤ ਦਾ ਅਰਥ ਆ ਵੀ ਉਚੇਚਾ ਯਤਨ ਨਾ ਕਰਨਾ ਪਏ, ਸਪੈਸ਼ਲ ਨਾ ਕਰਨਾ ਪਏ, ਤੇ ਆਪਣੇ ਆਪ ਹੀ ਹੋ ਜਾਏ, ਉਹ ਸੁਭਾਅ ਵਾ, ਉਹ ਆਦਤ ਵਾ। ਤੋ ਸਾਧ ਸੰਗਤ, ਹਜ਼ੂਰ ਅੱਗੇ ਕਹਿੰਦੇ ਆ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਤੇ ਜੇ ਐਸੇ ਜਨ ਦੀ, ਰੱਬ ਦੇ ਪਿਆਰੇ ਦੀ ਕੋਈ ਨਿੰਦਿਆ ਕਰੇ, ਵੀ ਤੂੰ ਰੱਬ ਦਾ ਨਾਮ ਲੈ ਰਿਹਾ ਹੈ, ਵੀ ਤੂੰ ਕਰਕੇ ਕੀ ਕਰਨਾ? ਬੜੀ ਦੁਨੀਆ ਰੱਬ ਰੱਬ ਕਰਦੀ ਆ, ਤੂੰ ਕਿਹੜੇ ਪਾਸੇ ਤੁਰਿਆ ਹੈ? ਦੁਨੀਆ ਕਿੱਧਰ ਜਾ ਰਹੀ ਆ, ਤੂੰ ਕਿੱਧਰ ਜਾ ਰਿਹਾ ਹੈ? 21ਵੀਂ ਸਦੀ ਹੋ ਗਈ ਆ, ਅਜੇ ਵੀ ਤੁਸੀਂ ਰੱਬ ਰੱਬ ਕਰੀ ਜਾਂਦੇ ਹੋ। ਉਹਦੀ ਕੋਈ ਨਿੰਦਿਆ ਕਰਨ, ਉਹਦੇ ਕੋਈ ਔਗਣ ਪਿੱਛੇ ਕੋਈ ਫਰੋਲ ਕੇ ਕੋਈ ਔਗਣ, ਬੰਦੇ ਦੇ ਵਿੱਚ ਔਗਣ ਤਾਂ ਹੁੰਦਾ ਹੀ ਆ, ਤੇ ਰੱਬ ਦੇ ਪਿਆਰੇ ਦਾ ਕੋਈ ਔਗਣ ਬਣਾ ਕੇ ਤੇ ਉਹਦੀ ਨਿੰਦਿਆ ਕਰੀ ਜਾਣ, ਤੇ ਉਹਨੂੰ ਤਕਲੀਫ ਦੇਣ। ਤੇ ਸਾਧ ਸੰਗਤ, ਗੁਰੂ ਰਾਮਦਾਸ ਕਹਿੰਦੇ ਆ, ਉਹ ਆਪਣਾ ਸੁਭਾਅ ਨਹੀਂ ਬਦਲਦਾ, ਉਹ ਆਪਣੇ ਰੱਬੀ ਸੁਭਾਅ ਨੂੰ, ਆਦਤ ਨੂੰ, ਉਸ ਸੁਭਾਅ ਨੂੰ ਚੇਂਜ ਹੀ ਨਹੀਂ ਕਰਦਾ। ਉਹ ਕਹਿੰਦਾ ਤੁਸੀਂ ਕਰੀ ਜਾਓ ਨਿੰਦਿਆ, ਤੁਹਾਡਾ ਕੰਮ ਆ, ਮੇਰਾ ਕੰਮ ਹੈ ਭਗਤੀ ਕਰਨਾ, ਮੈਂ ਭਗਤੀ ਕਰੀ ਜਾਂਦਾ। ਉਹ ਇੱਕ ਕਹਾਣੀ ਸੀ ਨਾ, ਜਿਵੇਂ ਵੀ ਉਹ ਬੈਠਾ ਸੀ ਕੋਈ ਫਕੀਰ ਸਾਧੂ, ਤੇ ਉਹਦੇ ਪਾਣੀ ਦੇ ਕਿਨਾਰੇ ਤੇ ਨਾ ਇੱਕ ਪਾਣੀ ਚੋਂ ਕੀੜਾ ਚੜਦਾ ਸੀ, ਉਹਨੂੰ ਕੱਟਦਾ ਸੀ, ਤੇ ਉਹ ਜਿਹੜਾ ਕੀੜਾ ਕੱਟਦਾ ਸੀ ਨਾ, ਉਹ ਸਾਧੂ ਚੱਕ ਕੇ ਤੇ ਪਾਣੀ 'ਚ ਰੱਖ ਦਿੰਦਾ ਸੀ, ਤੇ ਉਹ ਫਿਰ ਥੋੜੇ ਸਮੇਂ ਬਾਅਦ ਆ ਕੇ ਫਿਰ ਉਹਦੇ ਉੱਤੇ ਚੜ੍ਹ ਕੇ ਤੇ ਉਹਨੂੰ ਲੜਦਾ ਸੀ, ਉਹ ਕੱਟਦਾ ਸੀ ਕੀੜਾ ਸਾਧੂ ਨੂੰ, ਤੇ ਸਾਧੂ ਫਿਰ ਉਹਨੂੰ ਲਾਹ ਕੇ ਤੇ ਪਾਣੀ 'ਚ ਰੱਖ ਦਿੰਦਾ ਸੀ। ਲਾਗੇ ਇੱਕ ਬੰਦਾ ਬੈਠਾ, ਔਖਾ ਹੋ ਗਿਆ। ਸਾਧੂ ਨਹੀਂ ਔਖਾ ਹੋਇਆ, ਉਹ ਔਖਾ ਹੋ ਗਿਆ, ਕਹਿੰਦਾ ਵੀ ਇਹ ਕੀੜੇ ਨੂੰ ਮਾਰ ਦੇ, ਇਹ ਕੀੜਾ ਤੈਨੂੰ ਬਾਰ-ਬਾਰ ਕੱਟਦਾ ਹੈ, ਤੂੰ ਇਹਨੂੰ ਬੜੇ ਪਿਆਰ ਨਾਲ ਰੱਖ ਦੇਣਾ, ਇਹਨੂੰ ਮਾਰ ਦੇ, ਇਹਨੂੰ ਤੈਨੂੰ ਡਿਸਟਰਬ ਕਰ ਰਿਹਾ ਹੈ, ਤੇ ਭਗਤੀ 'ਚ ਵਿਘਨ ਪੈ ਰਿਹਾ ਹੈ, ਵੀ ਇਹਨੂੰ ਮਾਰ ਦੇ। ਤੇ ਸਾਧੂ ਨੇ ਕਿਹਾ ਵੀ ਮਾਰਨਾ ਮੇਰਾ ਕੰਮ ਨਹੀਂ ਆ, ਉਹਦਾ ਸੁਭਾਅ ਆ, ਉਹਦਾ ਕੰਮ ਆ ਕੱਟਣਾ, ਉਹ ਆਪਣਾ ਕੰਮ ਕਰ ਰਿਹਾ, ਮੇਰਾ ਕੰਮ ਆ ਰੱਬ ਦਾ ਨਾਮ ਲੈਣਾ, ਮੈਂ ਆਪਣਾ ਕੰਮ ਕਰ ਰਿਹਾ, ਮੇਰਾ ਸੁਭਾਅ ਮਾਰਨਾ ਥੋੜਾ ਹੈ, ਮੇਰਾ ਆਪਣਾ ਸੁਭਾਅ ਆ, ਮੈਂ ਆਪਣੇ ਸੁਭਾਅ ਤੇ ਕਾਇਮ ਰਵਾਂ, ਉਹਦਾ ਸੁਭਾਅ ਕੱਟਣਾ, ਉਹ ਆਪਣੇ ਸੁਭਾਅ ਤੇ ਕਾਇਮ ਆ, ਮੈਂ ਆਪਣੇ ਤੇ ਕਾਇਮ ਰਵਾਂ, ਮੈਂ ਆਪਣਾ ਸੁਭਾਅ ਕਿਉਂ ਚੇਂਜ ਕਰਾਂ? ਉਹਦਾ ਸੁਭਾਅ ਕੱਟਣਾ ਆ, ਉਹ ਆਪਣੇ ਕੱਟਣ ਦੇ ਸੁਭਾਅ ਦੇ ਉੱਤੇ ਕਾਇਮ ਆ, ਉਹ ਆਪਣੇ ਧਰਮ ਦੇ ਉੱਤੇ ਕਾਇਮ ਆ, ਤੇ ਮੇਰਾ ਤੇ ਫਰਜ਼ ਆ, ਮੇਰਾ ਧਰਮ ਆ, ਮੇਰਾ ਸੁਭਾਅ ਆ ਬਚਾਉਣਾ, ਤੇ ਮੈਂ ਆਪਣੇ ਧਰਮ ਤੇ ਕਾਇਮ ਕਿਉਂ ਨਾ ਰਵਾਂ? ਹੁਣ ਸਾਧੂ ਉਚਾਟ ਨਹੀਂ ਹੋਇਆ, ਵੇਖਣ ਵਾਲਾ ਬੰਦਾ ਉਚਾਟ ਹੋ ਗਿਆ। ਐਸਾ ਜੀਵਨ ਹੋਣਾ ਚਾਹੀਦਾ ਕਿ ਦੂਜਾ ਬੰਦਾ ਕਹੇ ਯਾਰ ਤੈਨੂੰ ਗੁੱਸਾ ਕਿਉਂ ਨਹੀਂ ਆ ਰਿਹਾ, ਆਹ ਗੱਲ ਵੇਖ ਕੇ ਤਾਂ ਮੈਨੂੰ ਗੁੱਸਾ ਆ ਗਿਆ, ਵੀ ਤੈਨੂੰ ਗੁੱਸਾ ਆਉਣਾ ਚਾਹੀਦਾ, ਤੈਨੂੰ ਕਿਉਂ ਨਹੀਂ ਆਇਆ? ਤੇ ਐਸਾ ਜੀਵਨ ਹੋਣਾ ਚਾਹੀਦਾ। ਸਾਧ ਸੰਗਤ, ਹਜ਼ੂਰ ਕਹਿੰਦੇ ਨੇ, ਜੇ ਕੋਈ ਨਿੰਦ ਕਰੇ, ਜੇ ਕੋਈ ਨਿੰਦਿਆ ਕਰੇ, ਰੱਬ ਦੇ ਪਿਆਰੇ ਦੀ ਨਿੰਦਿਆ ਕਰੀ ਜਾਵੇ, ਕਰੀ ਜਾਵੇ। ਨਿੰਦਿਆ ਹੁੰਦੀ ਆ, ਜਿਹੜਾ ਸੱਚ ਦੇ ਰਾਹ ਤੇ ਚੱਲੇਗਾ, ਰੱਬ ਦੇ ਰਾਹ ਤੇ ਚੱਲੇਗਾ, ਉਹਦੀ ਨਿੰਦਿਆ ਤੇ ਹੋਣੀ ਆ। ਨਿੰਦਿਆ ਦੇ ਨਾਲ ਹੋਰ ਵੀ ਬਹੁਤ ਕੁਝ ਹੋਏਗਾ, ਇਹ ਤੇ ਹੋਵੇਗਾ, ਇਹ ਤੇ ਨੈਚੁਰਲ ਹੈ ਸਾਧ ਸੰਗਤ। ਪਰ ਇਹ ਗੱਲ ਹੈਗੀ ਆ ਕਿ ਉਹ ਜਿਹੜੀ ਨਿੰਦਿਆ ਹੈ ਨਾ, ਉਹਦਾ ਵਿਗਾੜ ਕੁਝ ਨਹੀਂ ਸਕਦੀ। ਜਦੋਂ ਦੀਵਾ ਜਗੇਗਾ ਤੇ ਥੋੜੀ ਬਹੁਤੀ ਹਵਾ ਤੇ ਆਏਗੀ ਨਾ ਜੀ, ਜ਼ਿਆਦਾ ਆ ਜਾਏ ਘੱਟ ਆ ਜਾਏ ਇਹ ਵੱਖਰੀ ਗੱਲ ਆ, ਪਰ ਜਦੋਂ ਦੀਵਾ ਜਗਦਾ ਹੈ ਤੇ ਹਵਾ ਆਉਂਦੀ ਹੈ ਨਾ ਚਾਰੇ ਪਾਸੇ ਤੋਂ, ਕੋਈ ਇਧਰੋਂ ਆ ਗਈ ਜਾਂ ਇਧਰੋਂ ਆ ਗਈ, ਹਵਾ ਤੇ ਆਏਗੀ, ਇਹ ਨੈਚੁਰਲੀ ਆ। ਜਦੋਂ ਕਿ ਰੱਬ ਦਾ ਪਿਆਰਾ ਭਗਤੀ ਦਾ ਦੀਵਾ ਬਾਲਦਾ ਨਾ ਆਪਣੇ ਅੰਦਰ, ਨਾਮ ਦਾ ਦੀਵਾ ਬਾਲਦਾ ਨਾ ਆਪਣੇ ਅੰਦਰ, ਉਦੋਂ ਹਵਾ ਆਉਂਦੀ ਹੈ, ਉਹ ਤੇਜ਼ ਆ ਜਾਏ ਭਾਵੇਂ ਘੱਟ ਆਵੇ, ਆਉਂਦੀ ਆ ਹਵਾ, ਇਹ ਨੈਚੁਰਲ ਹੈ। ਪਰ ਇੱਕ ਗੱਲ ਆ ਵੀ ਉਹ ਦੀਵਾ ਤੇ ਬੁਝ ਸਕਦਾ ਹਵਾ ਨਾਲ, ਤੇ ਜਿਹੜਾ ਭਗਤੀ ਦਾ ਦੀਵਾ ਰੱਬ ਦੇ ਬੰਦੇ ਨੇ ਆਪਣੇ ਅੰਦਰ ਬਾਲਿਆ ਹੈ ਨਾ, ਉਹ ਦੀਵਾ ਨਹੀਂ ਬੁਝਦਾ। ਇੱਕ ਦਿਨ ਬਚਨ ਪੜਿਆ ਸੀ, ਕਿਸੇ ਵਿਦਵਾਨ ਨੇ ਲਿਖਿਆ ਸੀ,
फनूस बन के हवा जिसकी हिफाजत करे, वो शमा क्या बुझे जिसे रोशन खुदा करे। वो बुझदा नहीं है, वो सिर लवा सकता है, वो अपने परिवार नूं खत्म करवा सकता है, पर उहदे विचों भगती दा दीवा कदे बुझदा नहीं। साध संगत वो अपने सुभाਅ नूं चेंज नहीं करता। असीं रब्बी पुरुषां दा जीवन देखिया, सुनिया, पढ़िया कि पुठियां खल्लां ला दित्तियां, खोपड़ियां लुहा दित्तियां, घर घाट उजाड़ लै, पर अपने रब्बी सुभाਅ नूं उन्हां ने कायम रखिया, अपने धर्म नूं उन्हां ने कायम रखिया। तो साध संगत हजूर कहंदे ने, जे कोई निंद करे हर जन के, अपना गुण ना गवावे। वो अपने गुण नूं नहीं गवाउंदा। इत्थे गुण दा अर्थ है सुभाਅ। वो अपने सुभाਅ नूं नहीं गवाउंदा, वो अपना सुभाਅ नहीं त्यागदा, वो अपने सुभाਅ ते कायम रहिंदा है, वो अपने धर्म दे उत्ते कायम रहिंदा है। भावें लोग जो मर्जी कहण, वो अपने सुभाਅ नूं नहीं त्यागदा। वो कहंदा करी जाओ, तुहाडा काम है, मैं सही राह ते चल रहा, मैनूं पता है मेरा काम है, मैं ते इंज ही चलांगा। अपना गुण ना गवावे रहाओ, जो किछ करे सो आपे स्वामी। हुण उहनूं इह पता लग चुका है भी रब एडी वड्डी ताकत दा मालक आ, वो जो करदा है उही हुंदा है। इह हुण उहनूं पता लग गया, ये भगती वाले नूं पता लग गया कि रब जो करेगा उही हुंदा है। रब न्याय सच्चा करदा है। मैनूं रब दे उत्ते भरोसा है कि जे वो मैनूं टच भी करेगा, जे मैनूं वो दुख भी देगा, इहदे विच भी कोई मेरा भला है। जे सुख देगा, इहदे विच भी मेरा भला है। जदों टीचर बच्चिआं नूं पढ़ाउंदे हैं ना साध संगत साल, फिर बच्चिआं नूं कहिंदे आ भी हुण किताबां कापियां बंद कर लो, तुहाडा टैसट लैणा। ते हुण बच्चे कहण भी तुसीं साडे अपने हो, टैसट क्यों लै रहे हो, सानूं नकल मराओ, सानूं आप लिखाओ। टैसट उन्हां दे भले वास्ते, उन्हां दी जिंदगी वास्ते, उन्हां दी अगे तरक्की वास्ते। आ जदों मिट्टी दा भांडा लोग खरीददे सन ना पहिलां, हुण ते घट के हुण ते स्टील होर चीज़ां आ गईयां, ते उदों मटका भांडा मिट्टी दा चक के ते उत्ते हत्थ मारदे सी घुट के, जां उंगल घुट के मारनी, सोटी मारनी, उहनूं तणका के वेखना। ते हुण वो मटका ये गल कवे कि मैनूं सोटी क्यों मार दो, मैं ते तुहाडे घर आके तुहाडी सेवा करनी है। पर जिहड़ा खरीदण वाला मालक है ना, वो डंडा इसलिए मारदा है, वो तणका के इसलिए वेखदा है भी ये कच्चा है कि पक्का है। वो तणका के उहदे भले वास्ते, उहदे फायदे वास्ते भी तू कच्चा है कि पक्का है। तो साध संगत गुरुदेव कहंदे ने, जो किश करे सो आपे स्वामी, हर आपे कार कमावे। वो आप ही कार करन वाला है, आप ही कृत करन वाला है, सारे संसार की कृत करन वाला है, क्योंकि वो करता पुरख आ। करता पुरख दा अर्थ कृतकार आ, वो क्रिएटर आ, वो वेलड़ नहीं आ, वो रब वेला नहीं बैठा। जिहड़ा ईसाई लोकां ने, गोरे लोकां ने जिहड़ा नाम रखिया रब दा, वो है गॉड, GOD। जी दा अर्थ है जनरेट, पैदा करने वाला। ओ दा अर्थ है उपरेट, उपरेट करने वाला, चलाउण वाला। डी दा अर्थ है डिस्ट्रॉय करने वाला, नाश करने वाला। जनरेट, उपरेट ते डिस्ट्रॉय, नाश करने वाला। पैदा करने वाला, चलाउण वाला ते फिर नाश करने वाला, वो कहते हैं गॉड। पहली जी कह रही आ कि वो जनरेट करने वाला है, पैदा करने वाला है, उन्हें संसार नूं पैदा किया है, वो किरतकार है। ये वो धर्म भी कह रहा है। ते गुरु नानक साहब दा मूल मंत्र विच कहंदे ने, करता पुरख, वो करता आ, वो क्रिएटर आ, उन्हें सब कुछ पैदा किया, उन्हें ब्रह्मंड पैदा किया।
तो साध संगत हजूर कहते ने जो किछ करे सो आपे स्वामी। जो कुछ भी करता है वो आप ही करता है। दूसरी गल, मनुख नूं ये आज़ादी दिती है भी कर्मां दे विच तू अपना फैसला भी विच कर सकदा है, चंगा माड़ा भी कर सकदा है। ये तेनू आज़ादी है। एक ध्यान रखना, रब ने सानू जुबान दिती है। ये जुबान आपां नहीं लई, आपां नहीं बनाई, आपां नहीं खरीदी, आपां इहदे बारे कुछ नहीं जानते। रब ने जुबान दिती है। इस जुबान तो बोलण दी आज़ादी रब ने दिती। आ शरीर दिता है रब ने, ये शरीर दिता रब दा आ, पर इहदी वरतों सानू रब ने आज़ादी दे दिती भी तू चंगी कर ले माड़ी कर ले। ये तेरा फैसला, ये तेरे ते डिपेंड करता। हुण सोचिए भी शरीर दा करता, सारे संसार दा करता तां परमात्मा आ, वो वैगुरू है। सारे संसार दा हर एक चीज़ दा जिहड़ा मालक आ वो वैगुरू है। ते हजूर कहंदे ने जो किश करे सो आपे स्वामी, हर आपे कार कमावे। वो आप ही कार करने वाला है, सारे संसार नूं चलाउण वाला है। हर आपे ही मत देवे स्वामी। वो आप ही मत देंदा है सानू, उन्हें सानू मत दिती है। ये मत नूं असीं चंगा बना लईए माड़ा बना लईए, इस मत तो चंगा सोच लईए माड़ा सोच लईए, अगों फैसला साडा। हर आपे ही मत देवे स्वामी। साध संगत, कुदरत दे विच सब तो जे सिखर दे उत्ते कुदरत ने कोई पैदा किया, रब ने पैदा किया कुदरत विच, वो है मनुख दा दिमाग। ये कुदरत दी आखिरी सब तो उचाई ते सिखर दे उत्ते बड़ी कीमती चीज रब ने दिती है, दिमाग। हर जीव कोल बहुत कुछ है। शेर कोल जिन्नी ताकत है किसी जानवर कोल नहीं। जिन्ना सोहना पानी विच मच्छियां तैर सकदियां उन्ना होर कोई नहीं। हर चीज हर जानवर कोल, जीव जंतु कोल बहुत कुछ है। सुंघण दी शक्ति दूजियां कोल बहुत ज्यादा है। असीं तां नक दे लागे करके चीज सुंघदे हां तां भी साडे कोल सुंघी नहीं जाती। कई जानवर 3 किलोमीटर 4 किलोमीटर 5 किलोमीटर तो सूंघ लेंदे आ। मिठाई किते रख दो लुका के, कीड़ियां नूं पता लग जांदा है। उन्हां नूं ओह अखां नाल नहीं वेखदियां, उन्हां कोल सूंघण शक्ति इन्नी आ साडे नालों ज़्यादा। छोटी जी कीड़ी है, सानू नहीं पता लगा भी मिठाई दी वासना सानू नहीं आई, पर कीड़ियां नूं आ गई। कीड़ियां वेख के नहीं है, उन्होंने कदे फोन थोड़ा किया भी तुसीं आ जाओ इत्थे रखिए मिठाई। कीड़ियां सूंघ के उत्थे चले जांदी। सूंघण दी शक्ति कीड़ियां कोल ज्यादा है। तो साध संगत, मनुख दे कोल कोई दात है, वो है बुद्धि, वो है दिमाग, वो है मन, वो है मत। ये जिहड़ी दात है ना, कुदरत ने परमात्मा ने सानू जीव नूं दित्ती है। ये सब तो वड्डी दात है। बाकी हड्ड मास शरीर तो उहो जिहा ही आ, पर साडे कोल एक बुद्धि दी दात सिखर। जे कुदरत दी कोई आखिरी चीज पैदा हुई है ना, कुदरत विच रब ने पैदा कीती, वो मनुख है जिहड़ा अज सब तो उचाई ते चोटी सिखर दे उत्ते है। तो साध संगत, हजूर कहंदे ने आपे ही मत देवे स्वामी, हर आपे बोल बुलावे। वो आप ही बोलण दी ताकत देण वाला है। साडे अंदर जिहड़ा सौंड भर दिता, जुबान ने शब्दावली अगों भाषा का जन्म हो गया। सौंड निकलिया, जुबान ने शब्द बनाए, सानू बोलण दी कला दे दिती, ताकत दे दिती। जदों मनुख जंगलां दे विच सी, उदों मनुख बोलना नहीं सी जाणदा। उदों केवल जानवरां वांगू थोड़ियां बहुतियां आवाज़ां कढ सकदा सी। पर जदों ये मनुख विकसित होया, अज तरह तरह दीयां सैकड़े हज़ारां बोलियां बोलदा है इंसान। हर आपे बोल बुलावे, ये बोलण दी ताकत भी रब ने दिती है। आओ एक मिनट वास्ते साध संगत
ਵਾਹਿਗੁਰੂ 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 ਤੋ ਸਾਧ ਸੰਗਤ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਹਰ ਆਪੇ ਪੰਚ ਤਤ ਵਿਸਥਾਰਾ। ਉਹ ਵਾਹਿਗੁਰੂ ਨੇ ਆਪ ਹੀ ਪੰਜ ਤੱਤਾਂ ਤੋਂ ਵਿਸਥਾਰ ਕੀਤਾ। ਇਹ ਸਾਰਾ ਜਿਹੜਾ ਬ੍ਰਹਿਮੰਡ ਸਾਨੂੰ ਨਜ਼ਰ ਆ ਰਿਹਾ ਹੈ ਇਹ ਪੰਜ ਤੱਤਾਂ ਤੋਂ ਆ, ਇਹ ਪੰਜ ਤੱਤਾਂ ਦਾ ਬਣਿਆ। ਸਾਡਾ ਸਰੀਰ ਵੀ ਪੰਜ ਤੱਤਾਂ ਦਾ। ਤੇ ਨਾਲ ਇੱਕ ਗੱਲ ਕਹਿ ਦਿੱਤੀ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਭਾਵੈ, ਵਿੱਚ ਪੰਜ ਧਾਤੂ ਪਾ ਦਿੱਤੇ। ਆਹ ਗੱਲ ਸਮਝਣ ਵਾਲੀ ਹੈ। ਆਪਾਂ ਇਸ ਤੇ 1 ਮਿੰਟ ਲਾਉਨੇ ਆ। ਪੰਜ ਤੱਤ ਨੇ ਸਾਧ ਸੰਗਤ, ਤੇ ਪੰਜ ਤੱਤਾਂ ਦੇ ਪੰਜ ਸੁਭਾਅ ਨੇ। ਹਰ ਤੱਤ ਦਾ ਨਾ ਸੁਭਾਅ ਆ, ਗੁਣ ਆ। ਪੰਜ ਤੱਤ ਨੇ, ਇਹਨਾਂ ਦੇ ਪੰਜ ਗੁਣ ਆ। ਇਹਨਾਂ ਦੇ ਅੱਗੋਂ ਪੰਜ ਵਿਸ਼ੇ ਬਣਦੇ ਆ, ਇਹਨਾਂ ਤੋਂ ਅੱਗੋਂ ਪੰਜ ਰੋਗ ਬਣਦੇ ਆ, ਇਹਨਾਂ ਤੋਂ ਹੀ ਪੰਜ ਵਿਕਾਰ ਬਣਦੇ ਆ। ਇਹ ਪੰਜ ਤੱਤ ਆ ਤੇ ਏਡਾ ਵੱਡਾ ਸੰਸਾਰ ਪੰਜ ਤੱਤਾਂ ਤੋਂ ਹੀ ਬਣਿਆ। ਕਾਮ ਕ੍ਰੋਧ ਜਿਹੜੇ ਪੰਜ ਨੇ ਇਹ ਵੀ ਇੱਥੋਂ ਹੀ ਉਪਜੇ ਨੇ। ਤੋ ਸਾਧ ਸੰਗਤ, ਜਿਵੇਂ ਪਾਣੀ ਇੱਕ ਤੱਤ ਆ ਤੇ ਪਾਣੀ ਦਾ ਜਿਹੜਾ ਸੁਭਾਅ, ਜਿਹੜਾ ਗੁਣ ਆ, ਮੰਨਿਆ ਗਿਆ ਹੈ ਧਰਮ ਦੀ ਦੁਨੀਆ ਵਿੱਚ, ਪਾਣੀ ਦਾ ਗੁਣ ਹੈ ਰਸ। ਤੇ ਜਦੋਂ ਰਸ ਨੂੰ ਚਖਣਾ ਹੋਵੇ ਤੇ ਸਾਨੂੰ ਇੱਕ ਇੰਦਰਾ, ਪੰਜ ਇੰਦਰੀਆਂ ਵਿੱਚੋਂ ਇੱਕ ਇੰਦਰਾ ਹੈ ਜ਼ੁਬਾਨ।
ਇਸੇ ਤਰ੍ਹਾਂ ਅੱਗ ਇੱਕ ਤੱਤ ਆ ਤੇ ਅੱਗ ਦਾ ਜਿਹੜਾ ਗੁਣ ਹੈ ਉਹ ਹੈ ਰੂਪ। ਰੂਪ ਨੂੰ ਤੱਕਣ ਵਾਸਤੇ ਪੰਜ ਇੰਦਰੀਆਂ ਵਿੱਚੋਂ ਆ ਇੰਦਰਾਵਾ ਅੱਖਾਂ, ਤੇ ਇਹਨਾਂ ਅੱਖਾਂ ਤੋਂ ਜਦੋਂ ਮੈਲੀ ਬਿਰਤੀ ਨਾਲ ਤੱਕਿਆ ਤੇ ਔਗਣ ਬਣ ਗਿਆ, ਰੋਗ ਬਣ ਗਿਆ, ਵਿਕਾਰ ਬਣ ਗਿਆ। ਪੰਜ ਵਿਕਾਰ ਇੱਥੋਂ ਹੀ ਜਨਮੇ। ਜਦੋਂ ਇਹਨਾਂ ਅੱਖਾਂ ਦੀ ਸਹੀ ਵਰਤੋਂ ਕੀਤੀ ਉਹ ਔਗਣ ਨਹੀਂ ਬਣਿਆ, ਉਹ ਗੁਣ ਬਣ ਗਿਆ। ਉਹੀ ਫਿਰ ਸਤ ਸੰਤੋਖ ਪੰਜ ਗੁਣ ਆ ਗਏ। ਹੁਣ ਦੇਖੋ ਇਹ ਪੰਜ ਤੱਤ ਨੇ, ਪੰਜ ਇੰਦਰੀ ਨੇ। ਜੇ ਪੰਜ ਇੰਦਰੀਆਂ ਦੀ ਵਰਤੋਂ ਸਹੀ ਹੋ ਗਈ ਤੇ ਅੰਦਰ ਗੁਣ ਪੈਦਾ ਹੋਣਗੇ। ਜੇ ਪੰਜ ਇੰਦਰੀਆਂ ਦੀ ਵਰਤੋਂ ਗਲਤ ਹੋ ਗਈ ਤੇ ਅੰਦਰ ਔਗੁਣ ਪੈਦਾ ਹੋ ਜਾਣਗੇ। ਇਹ ਪੰਜ ਤੱਤਾਂ ਦੀ ਖੇਡ ਆ। ਇਹਨਾਂ ਪੰਜ ਤੱਤਾਂ ਦੀ ਖੇਡ ਵਿੱਚ ਬੈਠਾ ਰੱਬ ਵੀ ਵੇਖ ਰਿਹਾ ਹੈ। ਤੋ ਸਾਧ ਸੰਗਤ ਗੁਰੂ ਰਾਮਦਾਸ ਕਹਿੰਦੇ ਆ, ਹਰ ਆਪੇ ਪੰਚ ਤਤ ਵਿਸਥਾਰਾ। ਵਿਸਥਾਰਾ ਦਾ ਅਰਥ ਵਿਸਥਾਰ ਕੀਤਾ ਹੈ, ਪਸਾਰਾ ਕੀਤਾ ਰੱਬ ਨੇ ਪੰਜ ਤੱਤਾਂ ਦਾ। ਵਿੱਚ ਧਾਤੂ ਪੰਚ ਆਪ ਪਾਵੈ। ਵਿੱਚ ਪੰਜ ਧਾਤੂ ਪਾ ਦਿੱਤੇ, ਪੰਜ ਵਿਸ਼ੇ ਪਾ ਦਿੱਤੇ। ਜਿਵੇਂ ਪਾਣੀ ਆ ਇਹਦਾ ਜਿਹੜਾ ਧਾਤੂ ਆ ਉਹ ਹੈ ਰਸ। ਜਿਵੇਂ ਅੱਗ ਆ ਇਹਦਾ ਜਿਹੜਾ ਧਾਤੂ ਜਿਹੜਾ ਰਸ ਹੈ ਉਹ ਹੈ ਸਵਾਦ। ਇਸ ਤਰ੍ਹਾਂ ਪੰਜ ਤੱਤ ਨੇ, ਇਹਨਾਂ ਦੇ ਪੰਜ ਧਾਤੂ ਨੇ। ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ। ਜਨ ਨਾਨਕ ਗੁਰੂ ਰਾਮਦਾਸ ਨਾਨਕ ਦੀ ਮੋਹਰ ਛਾਪ ਲਾ ਕੇ ਕਹਿੰਦੇ। ਇੱਥੇ ਗੱਲ ਨੋਟ ਕਰ ਲੈਣਾ, 6 ਗੁਰੂ ਸਾਹਿਬਾਂ ਦੀ ਬਾਣੀ ਆ। 6 ਗੁਰੂ ਸਾਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ। ਤੇ ਜਦੋਂ 6 ਗੁਰੂ ਸਾਹਿਬਾਨ ਬਾਣੀ ਨੂੰ ਲਿਖਦੇ ਆ ਤੇ ਐਂਡ ਦੇ ਉੱਤੇ ਜਿਹੜੀ ਮੋਹਰ ਲੱਗਦੀ ਆ ਉਹ ਨਾਨਕ ਦੀ ਲੱਗਦੀ ਆ। ਉਹ ਕਿਉਂ ਜੀ? ਗੁਰੂ ਅੰਗਦ ਸਾਹਿਬ ਬਾਣੀ ਉਚਾਰਦੇ ਨੇ, ਨਾਨਕ ਦੀ ਵਰਤੋਂ ਕਰਦੇ ਆ। ਇਸੇ ਤਰ੍ਹਾਂ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਪਣੀ ਬਾਣੀ ਲਿਖਦੇ ਨੇ ਆਪਣਾ ਨਾਮ ਨਹੀਂ ਲਿਖਦੇ, ਉਹ ਨਾਨਕ ਦਾ ਨਾਮ ਲਿਖਦੇ ਨੇ। ਐਸਾ ਕਿਉਂ? ਕਿਉਂਕਿ ਜੋਤ ਨਾਨਕ ਦੀ ਹੈ। ਜੋਤ ओहा जुगत साए शह काया फिर पलटिए। काया ਦਾ ਅਰਥ शरीर, केवल शरीर ही पलटिया है। जोत ਉਹੀ ਆ, जोत नानक दी है। जोत नानक आ, शरीर बदलिया, मकान बदलिया, मालक ਉਹੀ है। इस ਲਈ गुरु साहिबाना ने भावां गुरु तेग बहादुर साहब की बाणी आ, उन्हां ने एंड दे उत्ते अपने नाम नूं नहीं लिखिया, गुरु नानक साहब का नाम लिखिया है। क्योंकि गुरु तेग बहादुर साहब दे विच भी जोत नानक दी आ, ਉਹੀ आ। इसलिए जोत ਉਹੀ आ, शरीर जिहड़ा वखरा आ। ते हर 6 गुरु साहिबाना की बाणी विच नानक की वरतों हुई आ। ते आखिरी पंक्ति है जी, जन नानक सतगुर मिले आपे, हर आपे झगर चुकावे। कहते वो आप ही मिलन वाला है ते आपे जिहड़े झगड़े आ वो मिटाउण वाला है। ਉਹਦੇ ਕੋਲ ਇਹ ਸ਼ਕਤੀ ਆ, ਅਥਾਰਟੀ ਆ, ਉਹ ਸਭ ਕੁਝ ਕਰ ਸਕਦਾ ਹੈ। ਤੋ ਸਾਧ ਸੰਗਤ ਇਹ ਅੱਜ ਦਾ ਮੁੱਖ ਵਾਕ ਹੈ। ਗੁਰੂ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੰਗਤ ਗੁਰੂ ਪਾਤਸ਼ਾਹ ਬਖਸ਼ਣ ਯੋਗ ਬਖਸ਼ ਲੈਣਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।